Hello friends, welcome back to lecture Electric Potential Part 7। ਅੱਜ ਅਸੀਂ ਇੱਕ ਰਿਲੇਸ਼ਨ ਫਾਈਂਡ ਆਊਟ ਕਰਨ ਜਾ ਰਹੇ ਹਾਂ। ਉਹ ਰਿਲੇਸ਼ਨ ਹੈ ਬਿਟਵੀਨ ਇਲੈਕਟ੍ਰਿਕ ਫੀਲਡ ਐਂਡ ਪੋਟੈਂਸ਼ੀਅਲ ਗ੍ਰੇਡੀਅੰਟ। ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਨਵੀਂ ਟਰਮ ਆਈ ਹੈ, ਪੋਟੈਂਸ਼ੀਅਲ ਗ੍ਰੇਡੀਅੰਟ। ਇਸ ਰਿਲੇਸ਼ਨ ਨੂੰ ਫਾਈਂਡ ਆਊਟ ਕਰਨ ਤੋਂ ਪਹਿਲਾਂ ਅਸੀਂ ਪਹਿਲਾਂ ਦੇਖਦੇ ਹਾਂ ਕਿ ਵਾਟ ਇਜ਼ ਪੋਟੈਂਸ਼ੀਅਲ ਗ੍ਰੇਡੀਅੰਟ। ਇਹ ਪੋਟੈਂਸ਼ੀਅਲ ਗ੍ਰੇਡੀਅੰਟ ਹੈ ਕੀ। ਇਹ ਥੱਲੇ ਇਹਦੀ ਡੈਫੀਨੇਸ਼ਨ ਲਿਖੀ ਹੈ, ਆਓ ਦੇਖੀਏ। ਇਲੈਕਟ੍ਰਿਕ ਪੋਟੈਂਸ਼ੀਅਲ ਗ੍ਰੇਡੀਅੰਟ ਇਜ਼ ਡਿਫਾਈਨਡ ਐਜ਼ ਚੇਂਜ ਇਨ ਪੋਟੈਂਸ਼ੀਅਲ ਪਰ ਯੂਨਿਟ ਡਿਸਟੈਂਸ ਅਲੋਂਗ ਅ ਪਰਟੀਕੂਲਰ ਡਾਇਰੈਕਸ਼ਨ ਇਨ ਇਲੈਕਟ੍ਰਿਕ ਫੀਲਡ। ਇਲੈਕਟ੍ਰਿਕ ਫੀਲਡ ਦੇ ਅੰਦਰ ਪੋਟੈਂਸ਼ੀਅਲ ਜਿਹੜਾ ਹੈ ਉਹਦੇ ਵਿੱਚ ਕਿੰਨੀ ਚੇਂਜ ਆਉਂਦੀ ਹੈ ਵਿਦ ਡਿਸਟੈਂਸ। ਜੋ ਅਸੀਂ ਚਾਰਜ ਤੋਂ ਦੂਰ ਜਾਂਦੇ ਹਾਂ, ਸਾਨੂੰ ਪਤਾ ਹੈ ਕਿ ਜਿਹੜਾ ਪੋਟੈਂਸ਼ੀਅਲ ਹੈ ਇਨਵਰਸਲੀ ਪ੍ਰਪੋਰਸ਼ਨਲ ਟੂ ਡਿਸਟੈਂਸ ਐਂਡ ਦੈਟ ਡਿਸਟੈਂਸ ਇਜ਼ ਫਰੋਮ ਸੋਰਸ ਚਾਰਜ। ਜੋ ਅਸੀਂ ਸੋਰਸ ਚਾਰਜ ਤੋਂ ਦੂਰ ਜਾਂਦੇ ਹਾਂ, ਸਾਡਾ ਪੋਟੈਂਸ਼ੀਅਲ ਘਟਦਾ ਜਾਂਦਾ ਹੈ। ਪੋਟੈਂਸ਼ੀਅਲ ਵਿੱਚ ਚੇਂਜ ਆ ਰਹੀ ਹੈ, ਉਹ ਚੇਂਜ ਕਿਹਦੇ ਅਕੋਰਡਿੰਗ ਆ ਰਹੀ ਹੈ? ਵਿਦ ਡਿਸਟੈਂਸ। ਐਂਡ ਦੈਟ ਚੇਂਜ ਇਨ ਪੋਟੈਂਸ਼ੀਅਲ ਪਰ ਯੂਨਿਟ ਡਿਸਟੈਂਸ ਅਲੋਂਗ ਅ ਪਰਟੀਕੂਲਰ ਡਾਇਰੈਕਸ਼ਨ ਇਨ ਇਲੈਕਟ੍ਰਿਕ ਫੀਲਡ ਇਜ਼ ਕਾਲਡ ਪੋਟੈਂਸ਼ੀਅਲ ਗ੍ਰੇਡੀਅੰਟ। ਜਦੋਂ ਵੀ ਚੇਂਜ ਡਿਸਟੈਂਸ ਦੇ ਅਕੋਰਡਿੰਗ ਆਏ, ਉਦੋਂ ਅਸੀਂ ਬੇਟਾ ਇਹ ਵਰਡ ਯੂਜ਼ ਕਰਦੇ ਹਾਂ ਗ੍ਰੇਡੀਅੰਟ। ਇਟ ਮੀਨਸ ਚੇਂਜ ਵਿਦ ਰਿਸਪੈਕਟ ਟੂ ਡਿਸਟੈਂਸ। ਨਾਓ ਚੇਂਜ ਕੱਚ ਆ ਰਹੀ ਹੈ ਪੋਟੈਂਸ਼ੀਅਲ 'ਚ, ਅਤੇ ਅਸੀਂ ਸਮੋਲ ਚੇਂਜ ਲਈ ਅਸੀਂ ਲਿਖਦੇ ਹਾਂ ਡੀ ਵੀ। ਇਟ ਰਿਪਰਜੈਂਟਸ ਸਮੋਲ ਚੇਂਜ ਇਨ ਪੋਟੈਂਸ਼ੀਅਲ। ਕਦੋਂ ਚੇਂਜ ਆਈ? ਜਦੋਂ ਅਸੀਂ ਥੋੜ੍ਹਾ ਜਿਹਾ ਡਿਸਟੈਂਸ ਜਿਹੜਾ ਹੈ ਉਹਨੂੰ ਅਸੀਂ ਚੇਂਜ ਕੀਤਾ। ਆਰ ਇਜ਼ ਡਿਸਟੈਂਸ ਐਂਡ ਡੀ ਮੀਨ ਸਮੋਲ ਚੇਂਜ। ਐਂਡ ਇਹਨੂੰ ਸਾਰੇ ਨੂੰ ਕੀ ਪੜ੍ਹੋਗੇ? The small change in potential with respect to small change in distance, and that is called potential gradient। ਇਸ ਟਰਮ ਨੂੰ ਅਸੀਂ ਬੋਲਦੇ ਹਾਂ potential gradient। ਹਾਂਜੀ, ਕਲੀਅਰ। ਫੋਰ ਐਗਜ਼ਾਮਪਲ, ਜੇ ਅਸੀਂ ਇਸ ਤਰ੍ਹਾਂ ਲਿਖਿਆ ਹੋਵੇ dt ਬਾਏ ਡੀ ਆਰ, ਸਪੋਜ਼ ਹੇਅਰ ਟੀ ਇਜ਼ ਟੈਂਪਰੇਚਰ। ਇਹਦਾ ਮਤਲਬ ਹੈ ਕਿ ਚੇਂਜ ਆ ਰਹੀ ਹੈ ਟੈਂਪਰੇਚਰ 'ਚ ਵਿਦ ਰਿਸਪੈਕਟ ਟੂ ਡਿਸਟੈਂਸ। ਜਿਸ ਤਰ੍ਹਾਂ ਲੋਹੜੀ ਦੇ ਆਪਾਂ ਫੈਸਟੀਵਲ ਦੇ ਵਿੱਚ ਬੈਠਦੇ ਹਾਂ, ਅੱਗ ਬਾਲਦੇ ਹਾਂ, ਲਾਗੇ ਚੇਅਰ ਆਪਾਂ ਡਾਲ ਲੈਂਦੇ ਹਾਂ, ਅਤੇ ਕਈ ਵਾਰੀ ਸਾਨੂੰ ਲੱਗਦਾ ਵੀ ਹੁਣ ਜਿਹੜੀ ਹੀਟ ਜ਼ਿਆਦਾ ਆ ਰਹੀ ਹੈ, ਅਤੇ ਅਸੀਂ ਕੀ ਕਰਦੇ ਹਾਂ? ਅਸੀਂ ਚੇਅਰ ਪਿੱਛੇ ਕਰ ਲੈਂਦੇ ਹਾਂ। ਜਦੋਂ ਅਸੀਂ ਚੇਅਰ ਪਿੱਛੇ ਕੀਤੀ, ਇਹਦਾ ਮਤਲਬ ਸਾਡਾ ਡਿਸਟੈਂਸ ਥੋੜ੍ਹਾ ਜਿਹਾ ਵਧਿਆ, ਨਾਲ ਹੀ ਜਿਹੜਾ ਹੈ ਉਹ ਟੈਂਪਰੇਚਰ ਜਿਹੜਾ ਉਹ ਘੱਟ ਜਾਂਦਾ ਹੈ। ਇਟ ਰਿਪਰਜੈਂਟਸ ਸਮੋਲ ਚੇਂਜ ਇਨ ਟੈਂਪਰੇਚਰ ਵਿਦ ਰਿਸਪੈਕਟ ਟੂ ਸਮੋਲ ਚੇਂਜ ਇਨ ਡਿਸਟੈਂਸ। ਫੋਰ ਐਗਜ਼ਾਮਪਲ, ਇੱਕ ਹੋਰ ਦੇਖੋ, ਜੇ ਅਸੀਂ ਗੱਲ ਕਰੀਏ ਏਰੀਆ ਸਰਕਲ ਦਾ, ਏਰੀਆ ਸਰਕਲ ਦਾ ਡਿਪੈਂਡ ਕਰਦਾ ਹੈ ਡਿਸਟੈਂਸ ਦੇ ਉੱਤੇ, ਰੇਡੀਅਸ ਦੇ ਉੱਤੇ। ਇਹਦਾ ਮਤਲਬ ਹੈ ਸਮੋਲ ਚੇਂਜ ਇਨ ਏਰੀਆ ਆਫ ਸਰਕਲ। ਕਦੋਂ ਚੇਂਜ ਹੋਏਗਾ ਏਰੀਆ? ਜਦੋਂ ਅਸੀਂ ਉਹਦਾ ਰੇਡੀਅਸ ਚੇਂਜ ਕਰਾਂਗੇ। ਇਸੇ ਤਰੀਕੇ ਨਾਲ ਬੇਟਾ ਇਹ ਟਰਮ ਹੈ ਪੋਟੈਂਸ਼ੀਅਲ ਦੇ ਵਿੱਚ ਚੇਂਜ ਆਉਂਦੀ ਹੈ ਵਿਦ ਰਿਸਪੈਕਟ ਟੂ ਚੇਂਜ ਇਨ ਡਿਸਟੈਂਸ, ਬਿਕੋਜ਼ ਪੋਟੈਂਸ਼ੀਅਲ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ ਦਾ ਡਿਸਟੈਂਸ ਐਂਡ ਦੈਟ ਡਿਸਟੈਂਸ ਅਸੀਂ ਲੈਂਦੇ ਕਿੱਥੋਂ ਆ? ਫਰੋਮ ਦਾ ਸੋਰਸ ਚਾਰਜ। ਹਾਂਜੀ ਬੇਟਾ, ਇੰਨਾ ਕਲੀਅਰ। ਨਾਓ ਹੁਣ ਅਸੀਂ ਇਲੈਕਟ੍ਰਿਕ ਫੀਲਡ ਅਤੇ ਪੋਟੈਂਸ਼ੀਅਲ ਗ੍ਰੇਡੀਅੰਟ ਦੇ ਵਿੱਚ ਰਿਲੇਸ਼ਨ ਫਾਈਂਡ ਆਊਟ ਕਰਨ ਜਾ ਰਹੇ ਹਾਂ। ਨਾਓ suppose here is a source charge. Source charge is located at point O, and we know that the source charge is positive. Its electric field will be radially outward in all the direction। ਸਾਰੇ ਪਾਸੇ ਇਹਦਾ ਇਲੈਕਟ੍ਰਿਕ ਫੀਲਡ ਜਿਹੜਾ ਹੋਏਗਾ ਉਹ ਰੇਡੀਅਲੀ ਆਊਟਵਰਡ ਹੋਏਗਾ। ਇਸ ਇਲੈਕਟ੍ਰਿਕ ਫੀਲਡ ਦੇ ਅੰਦਰ ਅਸੀਂ
दो पॉइंट असी चूज कर ले, सपोज दिस इज पॉइंट ए एंड जस्ट नीयर बिल्कुल ए दे लागे एक पॉइंट असी होर रिप्रजेंट करता बी। नाउ द डिस्टेंस ऑफ पॉइंट ए फ्रॉम द सोर्स चार्ज इज आर। ए पॉइंट का डिस्टेंस सोर्स चार्ज तो साढ़े को गिवन है वो आर है। नाउ कैन यू टेल मी will the potential at A and B be same or there will be some change? आंसर की मिलेगा, A पॉइंट जड़ा है सोर्स चार्ज तो दूर है तो पोटेंशियल डिस्टेंस दे इनवर्सली है। जिन्ना डिस्टेंस ज़्यादा होएगा उन्ना उत्थे पोटेंशियल घट होएगा। ए पॉइंट जड़ा है सोर्स चार्ज तो ज़्यादा डिस्टेंस ते होने करके इत्थे पोटेंशियल जड़ा है बी दे मुकाबले घट होएगा। पर ए ते बी बिल्कुल नीयर ने, ਇਹਦਾ मतलब है कि इन्हां दे दोनों विच पोटेंशियल का डिफरेंस होएगा तो जरूर, पर वो डिफरेंस जड़ा होएगा वेरी वेरी स्मॉल। सपोज ए पॉइंट के उपर असी पोटेंशियल मान लेने वी तो बी पॉइंट के पोटेंशियल थोड़ा ज़्यादा होएगा क्योंकि वो नीयर है। इत्थे पोटेंशियल जड़ा असी लिखांगे वी प्लस डी वी। जेकर ए पॉइंट के उपर असी पोटेंशियल वी मनीए तो बी पॉइंट सोर्स चार्ज के नीयर है, इत्थे पोटेंशियल थोड़ा जा ज़्यादा होएगा क्योंकि यह डिस्टेंस बहुता ज़्यादा नहीं है। इत्थे पोटेंशियल होएगा वी प्लस डी वी। तो इन्हां दोनों दे विच जिहड़ा डिफरेंस इन पोटेंशियल आएगा डैट विल बी डी वी। डैट विल बी स्मॉल चेंज इन पोटेंशियल वैन वी मूव फ्रॉम ए टू बी। नाउ let A and B be the 2 points in इलैक्ट्रिक फील्ड। इलैक्ट्रिक फील्ड पैदा किन्ने कीता है? प्रोड्यूस्ड बाय सोर्स चार्ज Q placed at O पॉइंट ते पे। लेट R की चीज़ है, R है डिस्टेंस ऑफ पॉइंट A फ्रॉम source charge। R is the distance of a point A from the source charge। कैपिटल V की चीज़ है इलेक्ट्रिक पोटेंशियल एट पॉइंट A। Since B is near to source charge plus Q, therefore its potential will be greater than that of point A। Now come to next page। Let V plus dV potential at point B।
ਇਹਦਾ ਪੋਟੈਂਸ਼ੀਅਲ ਥੋੜ੍ਹਾ ਜਿਹਾ ਜ਼ਿਆਦਾ ਹੋਏਗਾ ਬੇਟਾ ਏ ਨਾਲੋਂ। ਇਹ ਪਿੱਛੇ ਮੈਂ ਦੱਸਿਆ ਕਿਉਂਕਿ ਜਿਹੜਾ ਬੀ ਪੁਆਇੰਟ ਹੈ ਉਹ ਸੋਰਸ ਚਾਰਜ ਦੇ ਨੀਅਰ ਹੈ। ਪਰ ਇਹ ਬਹੁਤਾ ਜ਼ਿਆਦਾ ਫਰਕ ਨਹੀਂ ਪਾ ਰਹੇ, ਸਮੌਲ ਚੇਂਜ ਆ ਰਹੀ ਹੈ ਕਿਉਂਕਿ ਏ ਤੇ ਬੀ ਪੁਆਇੰਟ ਵੀ ਜਿਹੜੇ ਨੇ ਵੈਰੀ ਵੈਰੀ ਨੀਅਰ ਟੂ ਈਚ ਅਦਰ। ਨਾਓ change in potential when we move from A to B। A ਤੋਂ B ਵੱਲ ਅਸੀਂ ਜਦੋਂ ਮੂਵ ਕਰੀਏ ਸਾਡੇ ਪੋਟੈਂਸ਼ੀਅਲ 'ਚ ਕਿੰਨੀ ਚੇਂਜ ਆਏਗੀ। ਵੱਡੇ ਪੋਟੈਂਸ਼ੀਅਲ 'ਚੋਂ ਸਮੌਲ ਪੋਟੈਂਸ਼ੀਅਲ ਅਸੀਂ ਮਾਈਨਸ ਕਰ ਦਿੰਦੇ ਹਾਂ, ਸਾਡੇ ਕੋਲ ਚੇਂਜ ਆਏਗੀ DV। ਇਹ ਸਮੌਲ ਜਿਹੜੀ ਹੈ ਚੇਂਜ ਇਨ ਪੋਟੈਂਸ਼ੀਅਲ ਆ ਗਈ। ਜਦੋਂ ਵੀ ਬੇਟਾ ਅਸੀਂ A ਤੋਂ B ਆਉਣਾ ਹੈ ਤੇ ਸਾਨੂੰ ਪਤਾ ਹੈ ਕਿ ਸਾਨੂੰ ਜਿਹੜਾ ਵਰਕ ਕਰਨਾ ਪਏਗਾ ਉਹ ਵਰਕ ਇਲੈਕਟ੍ਰਿਕ ਫੀਲਡ ਦੇ ਅਗੇਂਸਟ ਕਰਨਾ ਪਏਗਾ ਕਿਉਂਕਿ ਇਲੈਕਟ੍ਰਿਕ ਫੀਲਡ ਜਿਹੜੀ ਹੈ ਸੋਰਸ ਚਾਰਜ ਤੋਂ ਰੇਡੀਅਲੀ ਆਊਟਵਰਡ ਹੈ ਤੇ ਅਸੀਂ ਆ ਰਹੇ ਹਾਂ A ਪੁਆਇੰਟ ਤੋਂ B। ਅਸੀਂ ਬੇਟਾ ਇਹ ਡਾਇਗਰਾਮ ਦੁਬਾਰਾ ਦੇਖ ਲੈਂਦੇ ਇੱਕ ਵਾਰੀ। ਇਲੈਕਟ੍ਰਿਕ ਫੀਲਡ ਰੇਡੀਅਲੀ ਆਊਟਵਰਡ ਐਂਡ ਵੀ ਆਰ ਮੂਵਿੰਗ ਫਰੋਮ A ਟੂ B। ਅਸੀਂ ਇੱਧਰ ਨੂੰ ਆ ਰਹੇ ਹਾਂ। ਇਲੈਕਟ੍ਰਿਕ ਫੀਲਡ ਕਰਕੇ ਜਿਹੜੀ ਫੋਰਸ ਲੱਗਦੀ ਹੈ ਟੈਸਟ ਚਾਰਜ ਉੱਪਰ, ਉਹ ਫੋਰਸ ਹੁੰਦੀ ਹੈ F ਇਜ਼ ਇਕੁਅਲ ਟੂ ਪਲੱਸ Q0E। ਇਹ ਪਿੱਛੇ ਵੀ ਅਸੀਂ ਜਦੋਂ ਆਰਟੀਕਲ ਪੜ੍ਹਿਆ ਸੀ ਪੋਟੈਂਸ਼ੀਅਲ ਐਟ ਏ ਪੁਆਇੰਟ, ਪੋਟੈਂਸ਼ੀਅਲ ਡਿਫਰੈਂਸ, ਉਦੋਂ ਵੀ ਇਹ ਨਿਕਾਲਿਆ। ਬਟ ਵੀ ਆਰ ਮੂਵਿੰਗ ਫਰੋਮ A ਟੂ B, therefore we have to apply a force ਬਿਲਕੁਲ ਇਕੁਅਲ ਲਗਾਉਣੀ ਪਏਗੀ ਜਿਹੜੀ ਇਲੈਕਟ੍ਰਿਕ ਫੀਲਡ ਨੇ ਲਗਾਈ, ਪਰ ਉਹਦੇ ਓਪੋਜਿਟ ਹੋਏਗੀ। ਵੀ ਹੈਵ ਟੂ ਅਪਲਾਈ ਏ ਫੋਰਸ F ਇਜ਼ ਇਕੁਅਲ ਟੂ ਮਾਈਨਸ Q0E। ਬੇਟਾ ਇਹ ਆਰਟੀਕਲ ਜਿਹੜਾ ਸੀ ਅਸੀਂ ਪੋਟੈਂਸ਼ੀਅਲ ਡਿਫਰੈਂਸ ਤੇ ਪੋਟੈਂਸ਼ੀਅਲ ਐਟ ਏ ਪੁਆਇੰਟ ਵਿੱਚ ਡਿਸਕਸ ਕੀਤਾ ਹੋਇਆ ਪੁਆਇੰਟ। ਇਹਦਾ ਮਤਲਬ ਜਦੋਂ ਅਸੀਂ A ਤੋਂ B ਗਏ ਹਾਂ, ਸਪੋਜ਼ A ਤੋਂ B ਅਸੀਂ ਸਮੌਲ ਡਿਸਟੈਂਸ ਕਵਰ ਕੀਤਾ DL A ਟੂ B ਐਂਡ ਵੀ ਅਪਲਾਈ ਏ ਫੋਰਸ minus Q0E, therefore we have to do work from A to B and work done is given by the dot product of force and displacement। In moving from A to B, ਇਨ ਮੂਵਿੰਗ ਫਰੋਮ A ਟੂ B ਦਾ ਮਤਲਬ ਹੈ ਟੈਸਟ ਚਾਰਜ ਨੂੰ ਅਸੀਂ ਲੈ ਕੇ ਆ ਰਹੇ ਹਾਂ A ਟੂ B, ਟੇਕਿੰਗ ਅ ਟੈਸਟ ਚਾਰਜ ਫਰੋਮ A ਟੂ B। ਦੈਨ ਕੀ ਕਰਨਾ ਪਏਗਾ, ਵਰਕ ਹੈਵ ਟੂ ਬੀ ਡਨ। ਸਾਨੂੰ ਵਰਕ ਕਰਨਾ ਪਏਗਾ ਤੇ ਵਰਕ ਜਿਹੜਾ ਹੈ A ਟੂ B ਇਜ਼ ਇਕੁਅਲ ਟੂ ਫੋਰਸ ਡਾਟਡ ਵਿਦ ਡਿਸਪਲੇਸਮੈਂਟ। ਡਿਸਪਲੇਸਮੈਂਟ ਅਸੀਂ ਕੀਤੀ ਹੈ DL ਵੈਕਟਰ। ਤੇ ਜਿਹੜੀ ਬੇਟਾ ਅਸੀਂ ਫੋਰਸ ਲਗਾਈ ਹੈ ਇਲੈਕਟ੍ਰਿਕ ਫੀਲਡ ਦੇ ਅਗੇਂਸਟ, ਉਹਦੀ ਵੈਲਿਊ ਭਰ ਦਿੰਦੇ ਹਾਂ Q0E ਵੈਕਟਰ ਡਾਟਡ ਵਿਦ DL ਵੈਕਟਰ। Now minus Q0, this is E ਵੈਕਟਰ। ਇਹ ਜਦੋਂ ਅਸੀਂ ਡਾਟ ਹਟਾਵਾਂਗੇ ਇਹਦਾ ਮੈਗਨੀਟਿਊਡ DL ਵੈਕਟਰ ਦਾ ਮੈਗਨੀਟਿਊਡ ਤੇ ਨਾਲ ਬੇਟਾ cos of angle theta, because A dot B ਦਾ ਫਾਰਮੂਲਾ ਹੁੰਦਾ ਹੈ AB cos theta। Now equal to minus Q0 E ਦਾ ਮੋਡ E, DL ਵੈਕਟਰ ਦਾ ਜਿਹੜਾ ਮੈਗਨੀਟਿਊਡ ਹੋ ਗਿਆ DL ਤੇ cos 180 ਡਿਗਰੀ। 180 ਡਿਗਰੀ ਆਲਰੇਡੀ ਡਿਸਕਸ ਕੀਤਾ ਹੈ ਕਿ ਅਸੀਂ
ਇਲੈਕਟ੍ਰਿਕ ਫੀਲਡ ਦੇ ਅਗੇਂਸਟ ਆ ਰਹੇ ਹਾਂ। ਇਲੈਕਟ੍ਰਿਕ ਫੀਲਡ ਇਜ਼ ਅਲੋਂਗ ਦਿਸ ਸਾਈਡ ਐਂਡ ਵੀ ਆਰ ਮੂਵਿੰਗ ਫਰੋਮ A to B this side. Therefore angle is 180 degree. ਤੇ cos 180 ਦੀ ਵੈਲਿਊ -1 minus Q naught E dl into minus minus plus and we get E naught Q naught E multiplied by dl. This is the work done from A to B. ਬੇਟਾ ਜਦੋਂ ਅਸੀਂ A ਤੋਂ B ਗਏ, ਸਾਡਾ ਜਿਹੜਾ ਇਹ R ਡਿਸਟੈਂਸ ਹੈ, ਇਹ ਸੋਚੋ ਇੰਕਰੀਜ਼ ਹੋਏਗਾ ਕਿ ਡਿਕਰੀਜ਼। ਜਦੋਂ ਅਸੀਂ A ਤੋਂ B ਜਾਂਦੇ ਹਾਂ ਤੇ ਡਿਸਟੈਂਸ ਸਾਡਾ ਜਿਹੜਾ ਹੈ ਉਹ ਡਿਕਰੀਜ਼ ਹੋਏਗਾ। ਇਹਦਾ ਮਤਲਬ ਜਦੋਂ A ਤੋਂ B ਗਏ, ਸਪੋਜ਼ ਇਹ ਡਿਸਟੈਂਸ ਜਿਹੜਾ ਹੈ ਸਾਡਾ DR ਵਿੱਚੋਂ ਡਿਕਰੀਜ਼ ਹੋ ਗਿਆ ਤੇ ਬਾਕੀ ਡਿਸਟੈਂਸ ਜਿਹੜਾ ਸਾਡਾ B ਪੁਆਇੰਟ ਦਾ ਹੋਏਗਾ, ਇਟ ਵਿਲ ਬੀ R ਮਾਈਨਸ DR। ਇਹਦਾ ਮਤਲਬ ਜਦੋਂ ਅਸੀਂ A ਤੋਂ B ਲਿਆਉਣ ਦਾ ਵਰਕ ਕੀਤਾ, ਇਸ ਡਿਸਟੈਂਸ DL ਨੇ ਸਾਡੇ ਡਿਸਟੈਂਸ ਨੂੰ ਡਿਕਰੀਜ਼ ਕਰਤਾ। ਇਹ ਆਲਰੇਡੀ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਸੀ ਕਿ ਜਿਹੜਾ DL ਹੈ ਉਹਦੀ ਵੈਲਿਊ DR ਦੇ ਤੇ ਇਕੁਅਲ ਹੋਏਗੀ। ਜਿਹੜਾ ਅਸੀਂ ਡਿਸਟੈਂਸ ਮੂਵ ਕੀਤਾ ਓਨਾ ਹੀ ਸਾਡਾ ਇਹ DR ਹੋਏਗਾ, ਪਰ ਇਸ DL ਨੇ ਕੀ ਕੀਤਾ, ਸਾਡੇ R ਡਿਸਟੈਂਸ ਨੂੰ ਡਿਕਰੀਜ਼ ਕੀਤਾ। ਇਸ ਕਰਕੇ ਬੇਟਾ ਅਸੀਂ ਲਗਾਵਾਂਗੇ ਮਾਈਨਸ ਦਾ ਸਾਈਨ। ਇਹਦੇ ਵਿੱਚ ਜਿੱਥੇ DL ਹੈ ਉਹਦੀ ਜਗ੍ਹਾ ਤੇ ਅਸੀਂ ਵੈਲਿਊ ਪੁੱਟ ਕਰ ਦਾਂਗੇ ਮਾਈਨਸ DR। ਆਓ ਪਿਛਲੀ ਇਕੁਏਸ਼ਨ ਜਿਹੜੀ ਹੈ ਉਹਦੇ 'ਚ ਅਸੀਂ ਇਹਦੀ ਵੈਲਿਊ ਉਹਦੀ ਪੁੱਟ ਕਰਦੇ ਹਾਂ। ਦੇਅਰਫੋਰ ਇੱਥੇ ਲਿਖ ਲੈਂਦੇ ਨਾਲ ਅਸੀਂ, ਬਟ DL equal to minus DR. Therefore work done will be equal to Q naught E DL ਦੀ ਜਗ੍ਹਾ ਤੇ ਆ ਜਾਏਗਾ ਸਾਡੇ ਕੋਲ ਮਾਈਨਸ DR। ਮਾਈਨਸ ਪਹਿਲਾਂ ਲੈ ਦਿੰਦੇ ਹਾਂ। ਵਰਕ ਡਨ ਫਰੋਮ A to B is equal to minus Q naught E multiply by DR। Q naught ਨੂੰ ਉਹਦੇ ਨੀਚੇ ਲੈ ਕੇ ਜਾਂਦੇ ਹਾਂ। ਇਹ ਬਣ ਜਾਏਗਾ ਤੁਹਾਡੇ ਕੋਲ ਵਰਕ ਡਨ in taking a unit positive test charge from A to B. Work done in taking a unit positive test charge from A to B. And according to this definition, beta je definition sanu yaad hove, work done in bringing a unit positive charge from A to B ਸਾਨੂੰ ਕੀ ਦਿੰਦਾ ਉਹ ਪੋਟੈਂਸ਼ੀਅਲ ਡਿਫਰੈਂਸ। ਪੂਰੀ ਡੈਫੀਨੇਸ਼ਨ ਦੇ ਵਿੱਚ ਅਸੀਂ ਵਿਦਆਊਟ ਐਕਸਲੇਸ਼ਨ ਵੀ ਲਿਖਦੇ ਹਾਂ, ਅਗੇਂਸਟ ਇਲੈਕਟ੍ਰੋਸਟੈਟਿਕ ਫੋਰਸ ਦੇ ਅਸੀਂ ਲੈ ਕੇ ਆਉਣਾ ਹੁੰਦਾ ਹੈ। ਅਤੇ ਇਸ ਡੈਫੀਨੇਸ਼ਨ ਦੇ ਅਕੋਰਡਿੰਗ ਇਹਦਾ ਵੈਲਿਊ ਜਿਹੜੀ ਆ ਜਾਏਗੀ ਪੋਟੈਂਸ਼ੀਅਲ ਡਿਫਰੈਂਸ DV ਇਜ਼ ਇਕੁਅਲ ਟੂ ਮਾਈਨਸ ਆਫ DR। ਇਹ DR ਬੇਟਾ ਉਹਦੇ ਨੀਚੇ ਲੈ ਗਏ, ਮਾਈਨਸ ਵੀ ਉੱਧਰ ਲੈ ਜਾਂਦੇ ਹਾਂ। ਸਾਡੇ ਕੋਲ ਜਿਹੜੀ E ਦੀ ਵੈਲਿਊ ਕਿੰਨੀ ਨਿਕਲੇਗੀ, ਸਾਡੇ ਕੋਲ DV ਇਹ ਨੀਚੇ ਚਲਾ ਜਾਏਗਾ ਡਿਵਾਈਡਡ ਬਾਈ DR ਨਾਲ ਆ ਜਾਏਗਾ ਮਾਈਨਸ। ਐਂਡ ਦਿਸ ਇਜ਼ ਅ ਰਿਲੇਸ਼ਨ ਬਿਟਵੀਨ ਇਲੈਕਟ੍ਰਿਕ ਫੀਲਡ ਐਂਡ potential gradient, change in potential with respect to distance। ਇਸ ਨੂੰ ਜੇ ਪੂਰਾ ਅਸੀਂ ਕੰਪਲੀਟ ਪੜ੍ਹਨਾ ਹੋਵੇ, ਇਲੈਕਟ੍ਰਿਕ ਫੀਲਡ ਇਜ਼ ਇਕੁਅਲ ਟੂ ਨੈਗੇਟਿਵ ਆਫ ਦਾ potential gradient। फिर देखो, electric field is equal to negative of the potential gradient। बेटा इत्थे जिहड़ा है माइनस का साइन आ रहा है, it represents कि इलैक्ट्रिक फील्ड की डायरैक्शन उधर नूं हुंदी है जिधर नूं तुहाडा पोटैंशियल जिहड़ा है वो डिक्रीज हुंदा। डायरैक्शन ऑफ इलैक्ट्रिक फील्ड इज़ in the direction of decreasing potential। ਜਿੱਧਰ ਨੂੰ potential decrease ਹੁੰਦਾ ਹੈ ਉਧਰ ਨੂੰ electric field ਦੀ direction ਹੈ। this is the meaning of minus sign। now ਇਹਨੂੰ ਅਸੀਂ next page ਦੇ ਉੱਤੇ ਅਸੀਂ ਲਿਖ ਦਿੰਦੇ ਹਾਂ। now electric field is the negative of potential gradient। ਇਹ ਪਿੱਛੇ ਜਿਹੜਾ ਅਸੀਂ ਫਾਰਮੂਲਾ ਡਰਾਈਵ ਕੀਤਾ ਹੈ, electric field is equal to negative of, this is called potential gradient, change in potential with respect to distance। and what is the meaning of that negative sign?
The negative sign represent that the direction of electric field is in the decreasing of potential. ਜਿੱਧਰ ਨੂੰ ਪੋਟੈਂਸ਼ੀਅਲ ਡਿਕਰੀਜ਼ ਹੋਏਗਾ ਉਸ ਪਾਸੇ ਜਿਹੜੀ ਹੈ ਇਲੈਕਟ੍ਰਿਕ ਫੀਲਡ ਦੀ ਜਿਹੜੀ ਹੈ ਸਾਡੀ ਡਾਇਰੈਕਸ਼ਨ ਹੋਏਗੀ। ਨਾਓ E ਇਕੁਅਲ ਟੂ dV/dr। ਮੈਂ ਬੇਟਾ ਇੱਥੇ ਨੈਗੇਟਿਵ ਸਾਈਨ ਨਹੀਂ ਲਿਖ ਰਿਹਾ, ਸਿਰਫ ਉਹਦਾ ਮੈਗਨੀਟਿਊਡ ਲਿਖਿਆ। E is equal to dV/dr। Here dV ਚੇਂਜ ਇਨ ਪੋਟੈਂਸ਼ੀਅਲ। ਜੇ ਇਹਨਾਂ ਦੇ ਬੇਟਾ ਅਸੀਂ ਯੂਨਿਟ ਭਰੀਏ ਤੇ ਸਾਡੇ ਕੋਲ ਪੋਟੈਂਸ਼ੀਅਲ ਦਾ ਯੂਨਿਟ ਆ ਜਾਏਗਾ ਵੋਲਟ, ਡਿਸਟੈਂਸ ਦਾ ਯੂਨਿਟ ਆ ਗਿਆ ਸਾਡੇ ਕੋਲ ਮੀਟਰ, ਇਹ ਬਣ ਜਾਏਗਾ ਵੋਲਟ ਪਰ ਮੀਟਰ। ਇਹਦਾ ਮਤਲਬ ਜਿਹੜਾ ਇਲੈਕਟ੍ਰਿਕ ਫੀਲਡ ਹੈ ਉਹਦਾ ਜਿਹੜਾ ਯੂਨਿਟ ਹੋ ਜਾਏਗਾ ਵੋਲਟ ਪਰ ਮੀਟਰ। ਵੈਸੇ ਇਲੈਕਟ੍ਰਿਕ ਫੀਲਡ ਦਾ ਅਸੀਂ ਯੂਨਿਟ ਪੜ੍ਹਦੇ ਹਾਂ ਨਿਊਟਨ ਪਰ ਕੂਲਮ। ਜਿਹੜਾ ਨਿਊਟਨ ਪਰ ਕੂਲਮ ਬੇਟਾ ਜਿਹੜਾ ਯੂਨਿਟ ਹੈ ਉਹ ਕਿਸ ਫਾਰਮੂਲੇ ਤੋਂ ਨਿਕਾਲਦੇ ਹਾਂ? ਕਿਉਂਕਿ ਇਲੈਕਟ੍ਰਿਕ ਫੀਲਡ ਦਾ ਅਸੀਂ ਫਾਰਮੂਲਾ ਪੜ੍ਹਿਆ ਫੋਰਸ ਐਕਸਪੀਰੀਐਂਸਡ ਪਰ ਯੂਨਿਟ ਟੈਸਟ ਚਾਰਜ। ਇਹ ਫਾਰਮੂਲਾ ਤੁਸੀਂ ਪੜ੍ਹਿਆ ਇਲੈਕਟ੍ਰਿਕ ਫੀਲਡ ਦਾ E = F/Q0। ਇਹਦਾ ਯੂਨਿਟ ਹੋ ਗਿਆ ਨਿਊਟਨ, ਇਹਦਾ ਹੋ ਗਿਆ ਕੂਲਮ, ਨਿਊਟਨ ਪਰ ਕੂਲਮ। ਅਤੇ ਅੱਜ ਤੋਂ ਸਾਨੂੰ ਪਤਾ ਲੱਗ ਗਿਆ ਇਲੈਕਟ੍ਰਿਕ ਫੀਲਡ ਦੇ ਦੋ ਯੂਨਿਟਸ ਨੇ, ਇੱਕ ਤਾਂ ਹੋ ਗਿਆ ਨਿਊਟਨ ਪਰ ਕੂਲਮ, ਦੂਸਰਾ ਹੋ ਗਿਆ ਵੋਲਟ ਪਰ ਮੀਟਰ। These two units, 1 Newton, 1 volt per meter, they are equal। ਇਹ ਦੋਨੋਂ ਹੀ ਯੂਨਿਟ ਜਿਹੜੇ ਨੇ ਸਾਡੇ ਇਲੈਕਟ੍ਰਿਕ ਫੀਲਡ ਦੇ ਨੇ। ਇਹਨਾਂ ਨੂੰ ਬੇਟਾ ਨੋਟ ਕਰ ਲਿਓ ਕਿਉਂਕਿ ਇਹ ਬਹੁਤ ਹੀ ਇੰਪੋਰਟੈਂਟ ਹੈ। ਕਈ ਵਾਰੀ ਨੂਮੈਰੀਕਲ ਦੇ ਵਿੱਚ ਸਾਡੇ ਕੋਲ ਇਲੈਕਟ੍ਰਿਕ ਫੀਲਡ ਦਾ ਯੂਨਿਟ ਨਿਊਟਨ ਪਰ ਕੂਲਮ ਲਿਖ ਦਿੰਦੇ ਆ ਅਤੇ ਕਈ ਵਾਰੀ ਇਲੈਕਟ੍ਰਿਕ ਫੀਲਡ ਦਾ ਯੂਨਿਟ ਹੈ ਵੋਲਟ ਪਰ ਮੀਟਰ ਅਸੀਂ ਲਿਖ ਦਿੰਦੇ ਹਾਂ। ਵੋਲਟ ਪਰ ਮੀਟਰ ਤੋਂ ਬੇਟਾ ਅਸੀਂ ਕਨਵਰਟ ਕਰ ਸਕਦੇ ਹਾਂ ਨਿਊਟਨ ਪਰ ਕੂਲਮ ਦੇ ਵਿੱਚ। ਉਹ ਕਿਸ ਤਰ੍ਹਾਂ ਕਨਵਰਟ ਕਰਦੇ ਹਾਂ ਆਓ ਬੇਟਾ ਦੇਖੀਏ। ਸਾਡੇ ਕੋਲ ਹੈ 1 ਵੋਲਟ ਪਰ ਮੀਟਰ। ਆਓ ਇਹਨੂੰ ਅਸੀਂ ਕਨਵਰਟ ਕਰੀਏ। ਵੋਲਟ ਜਿਹੜਾ ਹੈ ਪੋਟੈਂਸ਼ੀਅਲ ਡਿਫਰੈਂਸ ਦਾ ਯੂਨਿਟ ਹੈ ਅਤੇ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਹੈ ਅਸੀਂ ਪੜ੍ਹਦੇ ਹਾਂ VB - VA ਪੋਟੈਂਸ਼ੀਅਲ ਡਿਫਰੈਂਸ ਵਰਕ ਅਪੋਨ ਚਾਰਜ। ਵਰਕ ਦਾ ਹੋ ਗਿਆ ਜਾਊਲ, ਇਹਦਾ ਆ ਗਿਆ ਕੂਲਮ। ਇਹਦਾ ਮਤਲਬ ਜਿਹੜਾ ਵੋਲਟ ਹੈ ਪੋਟੈਂਸ਼ੀਅਲ ਡਿਫਰੈਂਸ ਵੋਲਟ, ਉਹਦਾ ਯੂਨਿਟ ਆ ਗਿਆ ਜਾਊਲ ਪਰ ਕੂਲਮ। ਇਹਦਾ ਮਤਲਬ 20 ਦੀ ਜਗ੍ਹਾ 'ਤੇ ਉੱਤੇ ਅਸੀਂ ਲਿਖ ਦਿੰਦੇ 1 ਜਾਊਲ ਪਰ ਕੂਲਮ। ਬੇਟਾ ਕਲੀਅਰ। ਮਲਟੀਪਲਾਈ ਇਹ ਸਾਡੇ ਕੋਲ ਆ ਗਿਆ 1/m, ਮੀਟਰ -1 ਹੈ ਉਹਨੂੰ ਨੀਚੇ ਲੈ ਗਏ, ਇਜ਼ ਇਕੁਅਲ ਟੂ ਜਾਊਲ। ਜੇ ਅਸੀਂ +1 ਦੀ ਗੱਲ ਕਰੀਏ, +1 'ਚ ਅਸੀਂ ਪੜ੍ਹਿਆ ਵਰਕ ਇਜ਼ ਇਕੁਅਲ ਟੂ ਫੋਰਸ ਮਲਟੀਪਲਾਈ ਬਾਈ ਡਿਸਟੈਂਸ। ਫੋਰਸ ਹੋ ਗਈ ਨਿਊਟਨ, ਡਿਸਟੈਂਸ ਹੋ ਗਿਆ ਮੀਟਰ। ਜਾਊਲ ਨੂੰ ਤੋੜਿਆ ਅਸੀਂ ਬੇਟਾ 1 ਨਿਊਟਨ ਮੀਟਰ ਡਿਵਾਈਡਿਡ ਬਾਏ 1 ਕੂਲਮ ਅਤੇ ਥੱਲੇ ਹੋਰ ਹੈਗਾ ਬੇਟਾ ਸਾਡੇ ਕੋਲ 1 ਮੀਟਰ। ਮੀਟਰ ਨਾਲ ਮੀਟਰ ਸਾਡੇ ਕੋਲ ਆ ਕੈਂਸਲ ਐਂਡ ਵੀ ਗੈਟ 1 ਨਿਊਟਨ ਪਰ ਕੂਲਮ। ਇਹ ਯੂਨਿਟ ਬੇਟਾ ਉਹੀ ਆ ਕੇ ਦੇਖੋ। ਇਹ ਯਾਦ ਰੱਖਣਾ ਹੈ ਕਿ ਇਲੈਕਟ੍ਰਿਕ ਫੀਲਡ ਦੇ ਦੋ ਯੂਨਿਟਸ ਨੇ, ਇੱਕ ਵੋਲਟ ਪਰ ਮੀਟਰ ਐਂਡ ਸੈਕੰਡ ਵਨ ਇਜ਼ ਨਿਊਟਨ ਪਰ ਕੂਲਮ। ਨਾਓ ਬੇਟਾ ਅਸੀਂ ਹੁਣ ਪੋਟੈਂਸ਼ੀਅਲ ਗ੍ਰੇਡੀਅੰਟ ਦੇ ਉੱਪਰ ਕੁਛ ਡਿਸਕਸ਼ਨ ਕਰਨ ਜਾ ਰਹੇ ਹਾਂ, ਉਹ ਅਸੀਂ ਨੈਕਸਟ ਪੇਜ 'ਤੇ ਦੇਖਦੇ ਹਾਂ। ਬੇਟਾ ਪਿੱਛੇ ਅਸੀਂ ਪੜ੍ਹਿਆ ਕਿ ਜਿਹੜਾ ਸਮੋਲ ਚੇਂਜ ਇਨ ਪੋਟੈਂਸ਼ੀਅਲ ਹੈ ਇਟ ਇਜ਼ -E dr cos ਥੀਟਾ। ਪਿੱਛੇ ਜਦੋਂ ਬੇਟਾ ਅਸੀਂ ਆਰਟੀਕਲ ਪੜ੍ਹੇ ਸੀ ਉਹਦੇ ਵਿੱਚ ਕੀ ਸੀਗਾ ਕਿ ਇਸ ਡਾਇਰੈਕਸ਼ਨ ਦੇ ਵਿੱਚ ਸਾਡੇ ਕੋਲ ਇਲੈਕਟ੍ਰਿਕ ਫੀਲਡ ਹੈ ਜਿਹੜਾ ਇਸ ਸੋਰਸ ਚਾਰਜ ਨੇ ਪੈਦਾ ਕੀਤਾ। ਜਿਸ ਡਾਇਰੈਕਸ਼ਨ 'ਚ ਇਲੈਕਟ੍ਰਿਕ ਫੀਲਡ ਹੈ ਅਸੀਂ ਉਹਦੇ ਓਪੋਜਿਟ ਲੇਕਿਨ ਉਸੇ ਡਾਇਰੈਕਸ਼ਨ 'ਚ A ਤੋਂ B ਜਿਹੜੀ ਸਾਡੀ ਡਿਸਪਲੇਸਮੈਂਟ ਸੀ ਅਤੇ ਅਸੀਂ ਇੱਥੇ ਥੀਟਾ ਨੂੰ 180 ਡਿਗਰੀ ਪੁੱਟ ਕੀਤਾ ਸੀ।
ਕਿ ਉਹਦੇ ਅਸੀਂ ਆਪੋਜਿਟ ਲੈ ਕੇ ਆ ਰਹੇ ਹਾਂ। ਬਟ ਨਾਓ ਸਪੋਜ਼ here is the electric field. Electric field is along this direction, and this electric field is produced by source charge, and we are moving along this side. This is our change in displacement. ਅਸੀਂ ਜਿੱਧਰ ਨੂੰ ਇਲੈਕਟ੍ਰਿਕ ਫੀਲਡ ਹੈ ਉਹਦੇ ਆਪੋਜਿਟ ਨਹੀਂ ਮੂਵ ਕਰ ਰਹੇ, ਕਿਸੇ ਐਂਗਲ ਤੇ ਮੂਵ ਕਰ ਰਹੇ ਹਾਂ। ਈ ਤੇ ਡੀ ਆਰ ਦੇ ਵਿੱਚ ਐਂਗਲ ਹੈ ਥੀਟਾ। ਪਿਛਲੇ ਆਰਟੀਕਲ 'ਚ ਅਸੀਂ ਆਹ ਐਂਗਲ ਜਿਹੜਾ ਸੀ 180 ਪੁੱਟ ਕੀਤਾ ਸੀ, ਕਿਉਂਕਿ ਅਸੀਂ ਇਲੈਕਟ੍ਰਿਕ ਫੀਲਡ ਦੇ ਆਪੋਜਿਟ ਆ ਰਹੇ ਸੀ। ਇਲੈਕਟ੍ਰਿਕ ਫੀਲਡ ਇੱਧਰ ਨੂੰ ਆ ਤੇ ਸਾਡਾ ਡੀ ਐਲ ਉਹਦੇ ਆਪੋਜਿਟ ਸੀ, ਤੇ ਥੀਟਾ ਦੀ ਵੈਲਿਊ ਅਸੀਂ ਬੇਟਾ 180 ਡਿਗਰੀ ਪੁੱਟ ਕੀਤੀ। ਸਪੋਜ਼ ਸਾਡੇ ਕੋਲ ਇਲੈਕਟ੍ਰਿਕ ਫੀਲਡ ਤੇ ਇਸ ਡਿਸਪਲੇਸਮੈਂਟ ਦੇ ਵਿੱਚ ਜਿਹੜਾ ਡੀ ਆਰ ਹੈ ਉਹ ਐਂਗਲ ਹੈ ਸਾਡੇ ਕੋਲ ਥੀਟਾ। ਦੈਨ ਡੀ ਆਰ ਤੇ ਬੇਟਾ ਤੇ ਨੀਚੇ ਲੈ ਜਾਂਦੇ ਆ, ਉਹ ਸਾਡੇ ਕੋਲ ਬਣ ਜਾਏਗਾ ਪੋਟੈਂਸ਼ੀਅਲ ਗ੍ਰੇਡੀਐਂਟ, ਤੇ ਮਾਈਨਸ ਵੀ ਬੇਟਾ ਅਸੀਂ ਉੱਧਰ ਲੈ ਜਾਂਦੇ ਆ ਮਾਈਨਸ, ਐਂਡ ਵੀ ਗੈਟ ਈ cos theta. Now in that case इलेक्ट्रिक फील्ड बेटा नेगेटिव ऑफ पोटेंशियल ग्रेडियंट नहीं है। E cos थीटा जड़ा है इट इज द नेगेटिव ऑफ पोटेंशियल ग्रेडियंट। एंड व्हाट इज E cos थीटा? E cos थीटा एक कंपोनेंट है इलैक्ट्रिक फील्ड का। बेटा जो इलैक्ट्रिक फील्ड ਨੂੰ ਅਸੀਂ ਰਿਜ਼ੋਲਵ ਕਰੀਏ ਇਹਦੀ ਟੇਲ ਤੇ ਜਾ ਕੇ, ਇਹਦੇ ਦੋ ਕੰਪੋਨੈਂਟ ਹੋਣਗੇ, ਇੱਕ ਹੋਏਗਾ E cos ਥੀਟਾ, ਇੱਕ ਹੋਏਗਾ E sin। ਜਿਸ ਪਾਸੇ ਐਂਗਲ ਹੈ ਉਸੇ ਡਾਇਰੈਕਸ਼ਨ 'ਚ ਜਿਹੜਾ ਸਾਡਾ ਕੰਪੋਨੈਂਟ ਹੋਏਗਾ ਡੈਟ ਵਿਲ ਬੀ E cos ਥੀਟਾ, ਦੂਸਰਾ ਇਹਦੇ ਪਰਪੈਂਡੀਕੂਲਰ ਹੋਏਗਾ, ਅਸੀਂ ਸ਼ੋ ਨਹੀਂ ਕਰ ਰਹੇ ਇਹਦੇ ਵਿੱਚ ਹਲੇ। ਨਾਓ ਦਿਸ ਇਜ਼ E cos ਥੀਟਾ। ਨਾਓ ਵਾਟ ਇਜ਼ E cos ਥੀਟਾ? E cos ਥੀਟਾ ਇਜ਼ ਏ ਕੰਪੋਨੈਂਟ। ਕਾਹਦਾ ਕੰਪੋਨੈਂਟ ਹੈ? ਇਲੈਕਟ੍ਰਿਕ ਫੀਲਡ। ਇਲੈਕਟ੍ਰਿਕ ਫੀਲਡ ਦਾ ਕੰਪੋਨੈਂਟ in the direction of dr vector। हाँ जी बेटा क्लियर। therefore एक मैं बेटा इत्थे लाइन लिखन लगा, ਉਹਨੂੰ ਤੁਸੀਂ याद रखना है। negative of electric potential gradient is equal to, in any direction in electric field, is equal to component of electric field in that direction। ਜਿਸ ਡਾਇਰੈਕਸ਼ਨ ਦੇ ਵਿੱਚ ਅਸੀਂ ਪੋਟੈਂਸ਼ੀਅਲ ਗ੍ਰੇਡੀਐਂਟ ਫਾਈਂਡ ਆਊਟ ਕਰਨ ਜਾ ਰਹੇ ਹਾਂ ਉਹ ਕਿਹਦੇ ਕੋਲ ਹੋਏਗਾ? ਉਸ ਡਾਇਰੈਕਸ਼ਨ ਵਿੱਚ ਜਿਹੜਾ ਇਲੈਕਟ੍ਰਿਕ ਫੀਲਡ ਦਾ ਕੰਪੋਨੈਂਟ ਹੈ ਉਹਦੇ ਬਿਲਕੁਲ ਬੇਟਾ ਇਕੁਅਲ ਹੋਏਗਾ। हाँ जी बेटा क्लीयर। हुण बेटा ये कुछ स्पैशल केसिस ने वो डिस्कस करते हैं। केस नंबर 1, इफ थीटा इज लेस दैन 90 डिग्री, डैट इज मान लो इलैक्ट्रिक फील्ड इज along दिस साइड and this is the perpendicular 90 degree and we are moving along this side और दिस साइड और दिस साइड। बेटा ਇਹ ਸਾਰੇ ਜਿਹੜੇ ਐਂਗਲਸ ਨੇ ਇਹ 90 ਤੋਂ ਘੱਟ ਹੀ ਨੇ। ਜੇ ਥੀਟਾ 90 ਤੋਂ ਘੱਟ ਹੈ ਤੇ cos ਥੀਟਾ ਦੀ ਜਿਹੜੀ ਵੈਲਿਊ ਹੋਏਗੀ ਸਾਡੇ ਕੋਲ ਪੋਜ਼ਿਟਿਵ ਆਏਗੀ, ਕਿਉਂਕਿ ਫਸਟ ਕੁਆਡਰੈਂਟ ਦੇ ਵਿੱਚ cos ਦੀ ਵੈਲਿਊ ਪੋਜ਼ਿਟਿਵ। ਹੈਂਸ ਜੇ cos ਥੀਟਾ ਪੋਜ਼ਿਟਿਵ ਹੈ then माइनस dv ओवर dr वैल्यू आ जाएगी ਤੁਹਾਡੀ इलैक्ट्रिक फील्ड ਦੀ। ਉਹ ਜਿਹੜੀ ਵੈਲਿਊ ਆਏਗੀ ਸਾਡੀ ਨੈਗੇਟਿਵ ਆਏਗੀ। ਇਸ ਕੁਆਂਟਿਟੀ ਦੀ ਜਿਹੜੀ ਵੈਲਿਊ ਹੈ ਉਹ ਨੈਗੇਟਿਵ ਆਏਗੀ, ਕਿਉਂਕਿ ਆਹ ਟਰਮ ਜਿਹੜੀ cos ਥੀਟਾ ਪੋਜ਼ਿਟਿਵ ਹੋਣ ਕਰਕੇ dv ਓਵਰ dr ਵਿਲ ਕਮ ਆਊਟ ਟੂ ਬੀ ਨੈਗੇਟਿਵ। ਨੈਗੇਟਿਵ ਆਉਣ ਦਾ ਮਤਲਬ ਹੈ ਕਿ ਸਾਡਾ ਜਿਹੜਾ ਪੋਟੈਂਸ਼ੀਅਲ ਜਿਹੜਾ ਹੋਏਗਾ ਉਹ ਡਿਕਰੀਜ਼ ਹੋਏਗਾ। ਪੋਟੈਂਸ਼ੀਅਲ ਡਿਕਰੀਜ਼ਿਸ। ਜਦੋਂ ਵੀ ਅਸੀਂ
ਇਲੈਕਟ੍ਰਿਕ ਫੀਲਡ ਦੇ ਕਿਸੇ ਵੀ ਡਾਇਰੈਕਸ਼ਨ 'ਚ 90 ਡਿਗਰੀ ਤੋਂ ਘੱਟ ਐਂਗਲ ਵੱਲ ਮੂਵ ਕਰਾਂਗੇ, 30 ਡਿਗਰੀ 40 ਡਿਗਰੀ 50 ਡਿਗਰੀ ਤੱਕ, 80 ਡਿਗਰੀ 89 ਡਿਗਰੀ ਤੱਕ 90 ਤੋਂ ਥੱਲੇ ਥੱਲੇ ਮੂਵ ਕਰਾਂਗੇ ਤਾਂ ਇਲੈਕਟ੍ਰਿਕ ਪੋਟੈਂਸ਼ੀਅਲ ਜਿਹੜਾ ਸਾਡਾ ਹੈ ਉਹ ਡਿਕਰੀਜ਼ ਹੁੰਦਾ ਜਾਏਗਾ। ਦਿਸ ਇਜ਼ ਯੂਅਰ ਫਸਟ ਕੇਸ। ਨਾਓ the second one, suppose this is electric field and we are moving perpendicular, ਅਸੀਂ ਇਸ ਡਾਇਰੈਕਸ਼ਨ 'ਚ ਮੂਵ ਕਰ ਰਹੇ ਹਾਂ, ਇੱਧਰ ਨੂੰ ਸਾਡਾ DR ਹੈ ਅਤੇ ਐਂਗਲ ਜਿਹੜਾ ਹੈ ਉਹ 90 ਡਿਗਰੀ ਹੈ, ਦੈਨ cos 90 ਡਿਗਰੀ ਉਹ 0 ਹੋਏਗਾ। ਦੇਅਰਫੋਰ ਜੇ cos 90 0 ਹੈ, ਇਹਦਾ ਮਤਲਬ ਸਾਡਾ -dV/dr = 0 ਹੋਏਗਾ। ਜਦੋਂ ਵੀ ਡਿਫਰੈਂਸ਼ੀਏਸ਼ਨ ਕਿਸੇ ਦੀ ਵੀ 0 ਆਏ, ਇਹਦਾ ਮਤਲਬ ਜਿਹੜਾ ਸਾਡਾ V ਹੈ ਉਹ ਕੌਂਸਟੈਂਟ ਰਹੇਗਾ। ਇਹਦਾ ਮਤਲਬ ਇਲੈਕਟ੍ਰਿਕ ਫੀਲਡ ਦੇ ਜਦੋਂ ਅਸੀਂ ਪਰਪੈਂਡੀਕੂਲਰ ਡਾਇਰੈਕਸ਼ਨ 'ਚ ਮੂਵ ਕਰਦੇ ਹਾਂ, ਉੱਧਰ ਸਾਡਾ ਜਿਹੜਾ ਹੈ ਪੋਟੈਂਸ਼ੀਅਲ ਚੇਂਜ ਨਹੀਂ ਹੁੰਦਾ। ਪੋਟੈਂਸ਼ੀਅਲ ਜਿਹੜਾ ਹੈ ਹਮੇਸ਼ਾ ਸੇਮ ਰਹਿੰਦਾ ਹੈ ਇਨ ਦਾ ਡਾਇਰੈਕਸ਼ਨ ਪਰਪੈਂਡੀਕੂਲਰ ਟੂ ਦਾ electric field. Now case number 3. If theta is 0 degree, theta 0 degree ਦਾ ਮਤਲਬ ਜਿੱਧਰ ਨੂੰ ਸਾਡਾ ਇਲੈਕਟ੍ਰਿਕ ਫੀਲਡ ਹੈ ਅਸੀਂ ਉਸੇ ਹੀ ਡਾਇਰੈਕਸ਼ਨ 'ਚ ਮੂਵ ਕਰ ਰਹੇ ਹਾਂ, ਸਾਡਾ DR ਵੀ ਉਸੇ ਡਾਇਰੈਕਸ਼ਨ 'ਚ ਹੈ। If theta is 0 degree, then cos 0 ਦੀ ਵੈਲਿਊ ਆਏਗੀ 1। ਜੇ cos 0 ਦੀ ਵੈਲਿਊ 1 ਜਿਹੜੀ ਮੈਕਸੀਮਮ ਹੈ ਤੇ ਸਾਡਾ ਆਨਸਰ ਆਏਗਾ -dV/dr, ਇੱਥੇ ਲੱਗ ਜਾਏਗਾ cos 0 1 ਹੋ ਗਿਆ ਅਤੇ ਸਾਡੀ ਜਿਹੜੀ ਮੈਕਸੀਮਮ ਨੈਗੇਟਿਵ ਵੈਲਿਊ ਆਏਗੀ ਬੇਟਾ, ਕਿਉਂਕਿ cos 0 ਦੀ ਮੈਕਸੀਮਮ ਵੈਲਿਊ 1 ਹੋਣ ਕਰਕੇ ਸਾਡੀ ਜਿਹੜੀ ਪੋਟੈਂਸ਼ੀਅਲ ਗ੍ਰੇਡੀਅੰਟ ਦੀ ਮੈਕਸੀਮਮ ਨੈਗੇਟਿਵ ਵੈਲਿਊ ਆਈ। ਇਟ ਮੀਨਸ ਪੋਟੈਂਸ਼ੀਅਲ ਜਿਹੜਾ ਹੈ ਡਿਕਰੀਜ਼ਿਜ਼ ਐਟ ਫਾਸਟੈਸਟ ਰੇਟ, ਕਿਉਂਕਿ ਮੈਕਸੀਮਮ ਵੈਲਿਊ ਨੈਗੇਟਿਵ ਆਈ ਹੈ। ਪੋਟੈਂਸ਼ੀਅਲ ਡਿਕਰੀਜ਼ਿਜ਼ ਐਟ ਫਾਸਟੈਸਟ ਰੇਟ ਇਨ ਦਾ ਡਾਇਰੈਕਸ਼ਨ ਆਫ ਇਲੈਕਟ੍ਰਿਕ ਫੀਲਡ। ਜਿੱਧਰ ਨੂੰ ਬੇਟਾ ਇਲੈਕਟ੍ਰਿਕ ਫੀਲਡ ਹੁੰਦਾ ਹੈ ਉਸੇ ਡਾਇਰੈਕਸ਼ਨ 'ਚ ਜਿਹੜਾ ਪੋਟੈਂਸ਼ੀਅਲ ਜਿਹੜਾ ਹੈ ਸਭ ਨਾਲੋਂ ਜ਼ਿਆਦਾ ਜਿਹੜਾ ਹੈ ਡਿਕਰੀਜ਼ ਕਰਦਾ ਹੈ। ਬੇਟਾ ਇਹਦੇ ਜਿਹੜੇ 2 ਕੇਸਿਸ ਹੋਰ ਨੇ ਉਹ ਅਸੀਂ ਜਿਹੜਾ ਹੈ ਨੈਕਸਟ ਲੈਕਚਰ ਵਿੱਚ ਅਸੀਂ ਡਿਸਕਸ ਕਰਾਂਗੇ। ਥੈਂਕ ਯੂ ਬੇਟਾ।